Today we will discuss about principle of homogeneity. Principle of homogeneity ਵਿੱਚ ਕੀ ਹੁੰਦਾ ਹੈ ਨਾ ਕਿ ਜਿੱਦਾਂ ਅਸੀਂ ਪੜ੍ਹਦੇ ਆ ਸੇਮ ਟਾਈਪ ਦੀਆਂ ਫਿਜ਼ੀਕਲ ਕੁਆਂਟੀਟੀਜ਼ ਐਡ ਜਾਂ ਸਬਟ੍ਰੈਕਟ ਹੁੰਦੀਆਂ ਸੇਮ ਉਹੀ ਪ੍ਰਿੰਸੀਪਲ ਆਫ ਹੋਮੋਜੈਨਿਟੀ ਆ। ਅਗਰ ਸਾਡੇ ਕੋਲ ਇੱਕ ਯੂਨਿਟ ਹੈ ਫਿਜ਼ੀਕਲ ਕੁਆਂਟੀਟੀ ਦੇ ਕਿਲੋਗ੍ਰਾਮਸ, ਦੂਸਰੀ ਫਿਜ਼ੀਕਲ ਕੁਆਂਟੀਟੀ ਦੇ ਯੂਨਿਟ ਹੈਗੇ ਲੀਟਰਸ, ਤਾਂ ਇਹਨਾਂ ਨੂੰ ਅਸੀਂ ਐਡ ਨਹੀਂ ਕਰ ਸਕਦੇ, ਠੀਕ ਹੈ। ਬਟ ਅਗਰ ਦੋਨੋਂ ਦੇ ਦੋਨੋਂ ਕਿਲੋਗ੍ਰਾਮਸ ਹੋਣ ਜਾਂ मतलब दोनों ਦੇ ਦੋਨੋਂ ਸੇਮ ਹੋਣ ਜਾਂ ਦੋਨੋਂ ਮਾਸ ਹੋਣ, ਦੋਨੋਂ ਹੀ ਸਾਡੇ ਕੋਲ ਲੈਂਥਸ ਹੋਣ, ਤਾਂ ਫਿਰ ਅਸੀਂ ਉਹਨਾਂ ਨੂੰ ਐਡ ਕਰ ਸਕਦੇ ਹਾਂ ਜਾਂ ਸਬਟ੍ਰੈਕਟ ਕਰ ਸਕਦੇ ਹਾਂ, ਠੀਕ ਹੈ। ਤਾਂ ਮਤਲਬ ਸੇਮ ਟਾਈਪ ਦੀਆਂ ਫਿਜ਼ੀਕਲ ਕੁਆਂਟੀਟੀਜ਼ ਹੋਣ ਤਾਂ ਐਡ ਜਾਂ ਸਬਟ੍ਰੈਕਟ ਹੁੰਦਾ ਹੈ। ਉਹੀ ਫੰਡਾ ਹੁਣ ਅਸੀਂ ਪ੍ਰਿੰਸੀਪਲ ਆਫ ਹੋਮੋਜੈਨਿਟੀ ਦੇ ਉੱਤੇ ਲਗਾਉਣਾ। ਤਾਂ ਉਹਦੇ ਲਈ ਅਸੀਂ ਇੱਕ ਨੂਮੈਰੀਕਲ ਪ੍ਰੋਬਲਮ ਦੇਖਦੇ ਹਾਂ। ਸਾਡੇ ਕੋਲ ਵੰਡਰਵਾਲ ਇਕੁਏਸ਼ਨ ਹੈ P plus A upon V square into V minus B is equals to RT। ਇੱਥੇ ਜੋ P ਹੈ ਕੀ ਹੈ ਪ੍ਰੈਸ਼ਰ ਤੇ V ਕੀ ਹੈ ਇੱਥੇ ਵੋਲਿਊਮ। ਸਾਨੂੰ ਬੋਲਤਾ find the dimensions of constant A and B। A ਤੇ B ਜੋ ਕਨਸਟੈਂਟਸ ਨੇ ਇਹਨਾਂ ਦੀਆਂ ਡਾਇਮੈਂਸ਼ਨਸ ਕੀ ਹੋਣਗੀਆਂ ਇਹ ਅਸੀਂ ਫਾਈਂਡ ਆਊਟ ਕਰਨੀਆਂ। ਤਾਂ ਸਾਡੇ ਕੋਲ ਕੀ ਹੈ P plus A upon V square। दोनों ਦੀਆਂ ਦੋਨੋਂ ਟਰਮਸ ਐਡ ਹੋ ਰਹੀਆਂ। ਸਾਨੂੰ ਇਹ ਵੀ ਪਤਾ ਕਿ ਐਡ ਕਿਹੜੀਆਂ ਕੁਆਂਟੀਟੀਜ਼ ਹੁੰਦੀਆਂ ਸੇਮ ਫਿਜ਼ੀਕਲ ਕੁਆਂਟੀਟੀਜ਼। P ਇੱਥੇ ਪ੍ਰੈਸ਼ਰ ਹੈ, ਇਟ ਮੀਨਸ A upon V square ਦੇ ਯੂਨਿਟਸ ਵੀ ਕੀ ਹੋਣਗੇ ਪ੍ਰੈਸ਼ਰ ਵਾਲੇ ਹੋਣਗੇ, ਡਾਇਮੈਂਸ਼ਨਸ ਕੀ ਹੋਣਗੀਆਂ ਪ੍ਰੈਸ਼ਰ ਵਾਲੀਆਂ ਹੋਣਗੀਆਂ, ਠੀਕ ਹੈ। ਨੈਕਸਟ ਹੈ ਟਰਮ V minus B। ਹੁਣ ਇਹ ਦੋਨੋਂ ਫਿਜ਼ੀਕਲ ਕੁਆਂਟੀਟੀਜ਼, V ਇੱਥੇ ਵੋਲਿਊਮ ਆ, B ਕੋਈ ਕਨਸਟੈਂਟ ਆ, ਤਾਂ ਦੋਨੋਂ ਦੇ ਦੋਨੋਂ ਵੋਲਿਊਮ ਹੋਣਗੇ ਤਾਂ ਹੀ ਸਬਟ੍ਰੈਕਟ ਹੋ ਸਕਦੇ ਆ, ਠੀਕ ਹੈ। ਤੇ B ਦੀਆਂ ਡਾਇਮੈਂਸ਼ਨਸ ਕੀ ਹੋਣਗੀਆਂ ਵੋਲਿਊਮ ਵਾਲੀਆਂ ਹੋਣਗੀਆਂ। R ਇੱਥੇ ਇੱਕ ਕਨਸਟੈਂਟ ਹੈ ਤੇ T ਇੱਥੇ ਟੈਂਪਰੇਚਰ ਹੈ। ਤਾਂ ਅਸੀਂ ਕੀ ਲਿਖਾਂਗੇ ਅਕੋਰਡਿੰਗ ਟੂ ਪ੍ਰਿੰਸੀਪਲ ਆਫ ਹੋਮੋਜੈਨਿਟੀ ਆਫ ਡਾਇਮੈਂਸ਼ਨਸ A upon V square has the dimensions of P and B should have the dimensions of V, ठीक है जी। देन की हो जाएगा A upon V square की दे इक्वल है ਪ੍ਰੈਸ਼ਰ ਦੀਆਂ ਡਾਇਮੈਂਸ਼ਨਸ ਦੇ ਇਕੁਅਲ। ਤਾਂ ਅਸੀਂ ਇੱਥੋਂ A ਦੀ ਵੈਲਿਊ ਕੱਢ ਸਕਦੇ ਹਾਂ। A ਕੀ ਆ ਜਾਏਗਾ ਪ੍ਰੈਸ਼ਰ ਇਨਟੂ ਵੋਲਿਊਮ ਦਾ ਸਕੁਅਰ। ਤਾਂ ਪ੍ਰੈਸ਼ਰ ਦੀਆਂ ਡਾਇਮੈਂਸ਼ਨਸ ਪੁੱਟ ਕਰਦੇ ਹਾਂ। ਪ੍ਰੈਸ਼ਰ ਦਾ ਡਾਇਮੈਂਸ਼ਨ ਫਾਰਮੂਲਾ ਕੀ ਹੁੰਦਾ mL-1 T minus 2 ਇਨਟੂ ਵੋਲਿਊਮ ਦਾ ਕੀ ਹੁੰਦਾ L ਕਿਊਬ ਦਾ ਸਕੁਅਰ। ਸੋਲਵ ਕੀਤਾ ਕੀ ਆਇਆ mL-1 T minus 2 into L 3 into 2 6 M as it is L इत्थे -1 है इधर 6 है प्लस 6 बेस सेम पावर्स ऐड T minus 2 M L raised to power 5 T raised to power minus 2। ਸਾਡੀਆਂ ਕਿਹਦੀਆਂ ਡਾਇਮੈਂਸ਼ਨਸ ਆ ਗਈਆਂ A ਦੀਆਂ ਡਾਇਮੈਂਸ਼ਨਸ। ਹੁਣ ਅਸੀਂ B ਦੀਆਂ ਡਾਇਮੈਂਸ਼ਨਸ ਕੱਢਦੇ ਹਾਂ। ਨਾਓ V ਦੀਆਂ ਡਾਇਮੈਂਸ਼ਨਸ ਕੀ ਹੈ B ਨਾਲ ਸੇਮ ਹੈ B is equals to V, ਠੀਕ ਹੈ। V ਇੱਥੇ ਕੀ ਹੈ ਵੋਲਿਊਮ, ਤਾਂ B ਦੀਆਂ ਡਾਇਮੈਂਸ਼ਨਸ ਕੀ ਹੋ ਗਈਆਂ L ਕਿਊਬ। A ਦੀਆਂ ਡਾਇਮੈਂਸ਼ਨਸ ਹੈ M L raised to power 5 T raised to power minus 2 and B ਦੀਆਂ ਡਾਇਮੈਂਸ਼ਨਸ ਕੀ ਆ L ਕਿਊਬ। ਹੋਰ ਅਸੀਂ ਕਿੱਦਾਂ ਲਿਖ ਸਕਦੇ ਹਾਂ M raised to power 0 L raised to power 3 and T raised to power 0। नेक्स्ट क्वेश्चन है राइट द डायमेंशंस ऑफ A and B in the relation। रिलेशन की है E is equals to B minus x square over AT। ਇੱਥੇ ਅਸੀਂ B ਦੀ ਵੈਲਿਊ ਫਾਈਂਡ ਆਊਟ ਕਰਨੀ ਆ ਤੇ A ਦੀ ਵੈਲਿਊ ਫਾਈਂਡ ਆਊਟ ਕਰਨੀ ਆ। ਸਾਨੂੰ ਕੀ ਦਿੱਤਾ E એનર્ਜੀ ਹੈ, ਇੱਥੇ x ਤੇ T ਕੀ ਰਿਪਰੈਜ਼ੈਂਟ ਕਰਦੇ ਪਏ ਆ ਡਿਸਟੈਂਸ ਐਂਡ ਟਾਈਮ ਰਿਸਪੈਕਟਿਵਲੀ। x ਇੱਥੇ ਕੀ ਰਿਪਰੈਜ਼ੈਂਟ ਕਰਦਾ ਡਿਸਟੈਂਸ, ਠੀਕ ਹੈ। T ਟਾਈਮ ਨੂੰ ਰਿਪਰੈਜ਼ੈਂਟ ਕਰਦਾ ਤੇ E ਇੱਥੇ એનર્ਜੀ ਆ। ਸਭ ਤੋਂ ਪਹਿਲਾਂ ਅਸੀਂ ਇਸ ਰਿਲੇਸ਼ਨ ਦੇ ਵਿੱਚ ਕੀ ਦੇਖਣਾ ਹੈ ਅਪਰ ਟਰਮ प्लस या माइनस हो रहा इत्थे की है
माइनस हो रहा मतलब की हुंदा है दो टर्म्स ने, ठीक है, b माइनस एक्स स्केयर। तो दोनों दियां दोनों टर्म्स की है, दोनों दे यूनिट्स सेम होणगे तां ही करके सबट्रैक्ट हो रही हैं। तो b दियां डायमेंशनस किहदे नाल मैच करदियां होणगियां एक्स स्केयर दे नाल, ठीक है। बाय यूजिंग प्रिंसिपल ऑफ होमोजेनिटी डायमेंशनस ऑफ b शुड बी इक्वल टू डायमेंशनस ऑफ एक्स स्क्वेयर। एक्स की रिप्रेजेंट करदा पिया डिस्टेंस, तो फिर डायमेंशनस एक्स दियां की होणगियां l द स्क्वेयर। पूरा डायमेंशन फॉर्मूला की बन गया m0 l2 t0। हुण नैक्सट असीं की फाइंड आउट करनी है डायमेंशनस ऑफ a। सानू आ पता चलिया b माइनस एक्स स्क्वेयर दियां डायमेंशनस किहदे नाल मैच करदियां होणगियां l स्क्वेयर दे नाल, ठीक है। तो असीं पूरा रिलेशन लिखांगे नैक्सट b माइनस एक्स स्क्वेयर ओवर a t। सानू उपर वाली पूरी टर्म दियां डायमेंशनस पता की है l स्क्वेयर। तो असी a की वैल्यू फाइंड आउट करनी है, a नू एज अ सब्जैक्ट ले लिए की बन जाएगा b माइनस एक्स स्क्वेयर ओवर e इंटू टी। ए इधर चला गया, e नीचे आ जाएगा, ठीक है। हुण डायमेंशनस पुट करांगे, डायमेंशनस ऑफ a इज इक्वल्स टू डायमेंशनस ऑफ होल दिस टर्म। डायमेंशनस ऑफ b माइनस एक्स स्क्वेयर की है, लिख लो पहले इथे डायमेंशनस ऑफ b माइनस एक्स स्क्वेयर इज इक्वल्स टू l स्क्वेयर। डायमेंशनस ऑफ E इज इक्वल्स टू E की है इथे एनर्जी ml2t माइनस 2। डायमेंशनस ऑफ T की है टाइम। तो इस वाली इक्वेशन पुट कर दें हम, डायमेंशनस ऑफ A इज इक्वल्स टू l स्क्वेयर, नीचे E दियां की है ml2t माइनस 2 टाइम दियां t। सॉल्व कर दें l स्क्वेयर ओवर m l रेज टू पावर 2 t रेज टू पावर माइनस 2 प्लस 1 की बनया है ऊपर l स्क्वेयर, नीचे ml2t माइनस 1। नैक्सट सॉल्व किया m की पावर ऊपर जाके की बन जाएगी -1 l2 माइनस 2 t प्लस द 1। सॉल्व किया नैक्सट m -1 l0 t 1। इत्थे नोट करने वाली गल की आ कि जेकर टर्म्स दे विच प्लस होवे या माइनस होवे तो उन्हां वो टर्म्स नूं दो अलग अलग टर्म्स मन्निया जांदा। लाइक इत्थे कोई टर्म है x, इत्थे की है v, तो ये दोनों की अलग अलग टर्म्स होणगियां ते इन्हां दी डायमेंशनस की होणगियां सेम, क्योंकि सेम डायमेंशनस वाली टर्म्स नूं असीं ऐड या फिर सबट्रैक्ट कर सकते हैं। इट मीनस इत्थे v की है वॉल्यूम, x दी डायमेंशनस कढनियां हुण की आ जाणगियां वॉल्यूम वालियां सेम, ठीक है। बट अगर कोई टर्म्स डिवाइड विच आ या फिर मल्टीप्लाई विच तां असीं की करना है, मल्टीप्लाई या डिवाइड वाली टर्म्स नूं असीं सिंगल टर्म मन के चलते हैं। ਤਾਂ ਉਹਦੇ ਵਿੱਚ ਅਸੀਂ ਕੀ ਕਰਨਾ, ਜਦੋਂ ਕਿਸੇ ਇੱਕ ਚੀਜ਼ ਦੀ ਡਾਇਮੈਂਸ਼ਨ ਕੱਢਣੀ ਆ ਅਸੀਂ ਕ੍ਰਾਸ ਮਲਟੀਪਲਾਈ ਕਰਕੇ ਜਾਂ ਫਿਰ ਜਿਸ ਦੀ ਵੈਲਿਊ ਕੱਢਣੀ ਆ ਉਹਨੂੰ ਐਜ਼ ਅ ਸਬਜੈਕਟ ਰੱਖ ਕੇ ਸੋਲਵ ਕਰ ਲੈਣਾ। ਨੈਕਸਟ ਕੁਐਸਚਨ ਹੈ ਰਾਈਟ ਦ ਡਾਇਮੈਂਸ਼ਨਸ ਆਫ f ਇਜ਼ ਇਕੁਅਲਸ ਟੂ a√x plus b(t²। ਇੱਥੇ ਡਾਇਮੈਂਸ਼ਨਸ ਅਸੀਂ ਕਿਹਦੀਆਂ ਲਿਖਣੀਆਂ a ਐਂਡ b ਦੀਆਂ, f ਕੀ ਹੈ फोर्स ਤੇ x डिस्टेंस है, t इत्थे टाइम है। तो हुण देखो रिलेशन दे विच साडे कोल की है आवली साइड ते राइट साइड ते साडे कोल सारे वेरीएबल्स दिते हैं, मीनस a दिता दूसरा b दिता है, इधरली साइड साडे कोल की है फोर्स। दोनों टर्म्स ऐड हो रही मतलब दोनों टर्म्स दी डायमेंशनस की होणगियां सेम होणगियां, बट किहदे नाल सेम होणगियां राइट साइड ते की है फोर्स, तो इन्हां दोनों नूं ऐड करके जो यूनिट्स आ रहे हो फोर्स वाले आ रहे हैं, ठीक है। जो फिजिकल क्वांटिटी दोनों में ऐड करन ते आएगी फोर्स वाली आएगी। इट मीनस a√x भी फोर्स नाल मैच करता है, b(t²) दी डायमेंशनस भी फोर्स नाल मैच करदियां। तो असीं लिख सकते हैं a√x दी डायमेंशनस फोर्स नाल मैच करनगियां, दूसरी साइड b(t²) दी डायमेंशनस भी फोर्स नाल मैच करनगियां। हुण तुसीं इत्थों a दी वैल्यू ते b दी वैल्यू फाइंड आउट कर लैनी आ, इहनूं तुसीं खुद ट्राई करना।
नेक्स्ट है कन्वर्जन ऑफ वन सिस्टम ऑफ यूनिट टू अनदर। एक सिस्टम ऑफ यूनिट दिता होणगे असीं उहनूं दूसरे विच चेंज करना है, SI टू CGS, CGS टू SI। ठीक है, इहदे लई साडे कोल की है, कोई फिजिकल क्वांटिटी अज्यूम कर लैंदे आ, एक्स है। एक्स कोई भी साडे कोल फिजिकल क्वांटिटी है, किहदे इक्वल हुंदी है, n इंटू यू दे इक्वल। इत्थे n की रिप्रेजेंट करदा पिया है, n रिप्रेजेंट करदा कोई भी न्यूमैरिकल वैल्यू, ते u की रिप्रेजेंट करदा यूनिट्स ऑफ दैट क्वांटिटी। ते इत्थे साडे कोल की है, दो सिस्टम्स होणगे, एक तां जिहड़ा सानू गिवन होऊगा, दूसरा जिहदे विच असीं उहनूं कन्वर्ट करना है। ठीक है, तो दोनों दे दोनों सिस्टम्स नूं असीं फर्स्ट वाले सिस्टम नूं N1U1 नाल रिप्रेजेंट कर लांगे, दूसरे वाले नूं N2U2 नाल रिप्रेजेंट करांगे। इत्थे N1 की है, न्यूमैरिकल वैल्यू ऑफ फर्स्ट सिस्टम, यूनिट्स ऑफ फर्स्ट सिस्टम। N2 न्यूमैरिकल वैल्यू ऑफ सेकंड सिस्टम, U2 यूनिट्स ऑफ सेकंड सिस्टम। ਅਸੀਂ ਦੋਨਾਂ ਨੂੰ ਇਕੁਅਲ ਰੱਖਾਂਗੇ ਤਾਂ ਜੋ ਸਾਡੇ ਕੋਲ ਰਿਲੇਸ਼ਨ ਹੋਏਗਾ, ਇਹਨਾਂ ਦੇ ਵਿੱਚ ਕੀ ਰਿਲੇਸ਼ਨ ਆ ਸਾਡੇ ਕੋਲ ਆਏਗਾ, ਆਪਾਂ ਉਹਨੂੰ ਅੱਗੇ ਡਿਸਕਸ ਕਰਦੇ ਹਾਂ। ਤਾਂ N1 ਐਜ਼ ਇਟ ਇਜ਼, ਕਿਉਂਕਿ ਇਹ ਤਾਂ ਨੂਮੈਰੀਕਲ ਵੈਲਿਊ ਆ, U1 यूनिट्स ਨੂੰ ਅਸੀਂ ਕਿਦਾਂ ਰਿਪਰੈਜ਼ੈਂਟ ਕਰਾਂਗੇ, ਫਸਟ ਫਿਜ਼ੀਕਲ ਕੁਆਂਟੀਟੀ ਹੈ MLT ਡਾਇਮੈਂਸ਼ਨਸ ਰਿਪਰੈਜ਼ੈਂਟ ਕਰਾਂਗੇ, M1 L1 T1। ठीक है, और इन्हां दी पावर की है, M1 दी पावर A ले लेने, L1 दी पावर B और T1 दी पावर C, क्योंकि इतना सी जर्नल रिलेशन देखते पे हैं। ठीक है, N2 एज इट इज आ गया, M1 सी इत्थे हुण सेकंड यूनिट M2 आएगा, दी पावर की है A, L2 रेज टू पावर B एंड T2 रेज टू पावर C। ਤਾਂ ਅਸੀਂ ਕੀ ਕਰਨਾ, N2 ਦੀ ਵੈਲਿਊ ਫਾਈਂਡ ਆਊਟ ਕਰਦੇ ਹਾਂ, ਜਿਹਦੀ ਅਸੀਂ ਜਿਹੜੇ ਸਿਸਟਮ ਆਫ ਯੂਨਿਟ ਨੂੰ ਸਾਨੂੰ ਗਿਵਨ ਹੁੰਦੇ ਆ ਉਹਨਾਂ ਨੂੰ ਅਸੀਂ ਫਰਸਟ ਸਿਸਟਮ ਮੰਨ ਲਿਆ ਕਰਾਂਗੇ, ਜਿਹੜੇ ਅਸੀਂ ਕੱਢਣੇ ਹੋਣਗੇ ਉਹਨੂੰ ਅਸੀਂ ਸੈਕਿੰਡ ਸਿਸਟਮ ਮੰਨਾਂਗੇ। ਜਿਹੜੇ ਸਿਸਟਮ ਅਸੀਂ ਕੱਢਣੇ ਆ ਜਦੋਂ ਉਹਨੂੰ ਅਸੀਂ ਸੈਕਿੰਡ ਮੰਨਦੇ ਆ ਤਾਂ ਅਸੀਂ ਉਹਦੇ ਵਿੱਚ N2 ਦੀ ਯਾਨੀ ਉਹਦੇ ਵਿੱਚ ਨੂਮੈਰੀਕਲ ਵੈਲਿਊ ਕੀ ਆਏਗੀ ਅਸੀਂ ਉਹੀ ਫਾਈਂਡ ਆਊਟ ਕਰਨਾ, ਉਹੀ ਉਹਨਾਂ ਦੇ ਵਿੱਚ ਰਿਲੇਸ਼ਨ ਹੋਏਗਾ। ਤਾਂ ਕਿਹਦੇ ਇਕੁਅਲ ਆਏਗਾ, ਹੁਣ ਇੱਥੋਂ N1 ਐਜ਼ ਇਟ ਇਜ਼ ਆ ਗਿਆ, M1 रेज टू पावर A, L1 रेज टू पावर B, T1 रेज टू पावर C, डिवाइड बाय आ सारी टर्म इधर आके डिवाइड की बन जाएगी, M2 रेज टू पावर A, L2 रेज टू पावर B, T2 रेज टू पावर C। ਅਸੀਂ ਇਹਨੂੰ ਅੱਗੇ ਕਿੱਦਾਂ ਲਿਖ ਸਕਦੇ ਹਾਂ, M1 M2 ਇਕੱਠਾ ਕਰਤਾ ਤੇ ਜਿਨ੍ਹਾਂ ਦੀਆਂ ਪਾਵਰਸ ਸੇਮ ਸੇਮ ਉਹਨਾਂ ਨੂੰ ਇਕੱਠਾ ਕਰਕੇ ਲਿਖਤਾ, ਸਾਰੇ ਦੀ ਪਾਵਰ A, ਸੈਕੰਡਲੀ L1 by L2 raised to power B, T1 by T2 raised to power C is equals to N2। ਇਹ ਸਾਡੇ ਕੋਲ ਇੱਕ ਰਿਲੇਸ਼ਨ ਆ ਗਿਆ, ਇਸ ਰਿਲੇਸ਼ਨ ਨੂੰ ਯੂਜ਼ ਕਰਕੇ ਅਸੀਂ ਸਿਸਟਮ ਆਫ ਯੂਨਿਟਸ ਨੂੰ ਕਨਵਰਟ ਕਰਾਂਗੇ। ਤਾਂ ਸਾਡੇ ਕੋਲ ਕੁਐਸਚਨ ਕੀ ਹੈ, prove that 1 joule is equals to 10 raised to power 7 erg। ਜਾਊਲ ਕਾਦੇ ਯੂਨਿਟ ਹੁੰਦੇ ਆ, એનર્ਜੀ ਦੇ ਯੂਨਿਟ। ठीक है, जाउल एनर्जी दे SI यूनिट ने, ते अर्ग की है CGS सिस्टम ऑफ यूनिट ऑफ एनर्जी। तां असी SI सिस्टम नू CGS विच कन्वर्ट करना। ठीक है, जेड़े सानू गिवन है तो सानू जाउल है, SI सिस्टम गिवन है तो असी इहनू फर्स्ट सिस्टम मान लांगे, और जो CGS विच यानी अर्ग विच कन्वर्ट करना है असी सैकेंड सिस्टम मनांगे। ਤਾਂ ਅਸੀਂ ਕੀ ਲਿਖਾਂਗੇ, ਦੀ ਗਿਵਨ ਸਿਸਟਮ ਇਜ਼ SI। ਠੀਕ ਹੈ, ਇਹਦੇ ਵਿੱਚ ਸਾਡੇ ਕੋਲੇ ਕੀ ਆ, SI ਵਰਕ ਦੇ ਯੂਨਿਟਸ ਕੀ ਹੁੰਦੇ ਆ, ਵਰਕ ਦਾ ਫਾਰਮੂਲਾ ਕੀ ਹੁੰਦਾ, ਫੋਰਸ ਇਨਟੂ ਡਿਸਪਲੇਸਮੈਂਟ। ਫੋਰਸ ਕੀ ਹੁੰਦੀ ਆ, ਕਿਲੋਗ੍ਰਾਮ ਮੀਟਰ ਪਰ ਸੈਕਿੰਡ ਸਕੁਅਰ। ਠੀਕ ਹੈ, ਇਨਟੂ डिस्टेंस की हो गया मीटर, तो फिर की बन गई किलोग्राम मीटर स्क्वायर पर सैकेंड स्क्वायर। साडे कोल वर्क आ गया, तो वर्क तो एनर्जी दे सेम हुंदे आ, असीं बोल सकते हैं कि जिन्नी एनर्जी है उन्ना ही वर्क आ। ठीक है, तो एनर्जी दे भी सेम ही आ गए। जे किसी नूं नहीं भी आ पता तो असीं फाइंड आउट कर सकते हैं। फोर्स की हुंदी आ, मास इंटू एक्सलरेशन। मास नूं असीं M यानी किलोग्राम लिख सकते हैं। ठीक है, एक्सलरेशन की हुंदी आ, वेलोसिटी ओवर टाइम यानी मीटर सेकंड दी पावर -2। ठीक है,
ਤਾਂ ਅਸੀਂ ਇੱਥੇ ਮਾਸ ਨੂੰ ਕੀ ਲਿਖ ਲੈਣਾ ਹੈ, m1 ਫਸਟ ਸਿਸਟਮ ਹੈ, ਠੀਕ ਹੈ। ਉਹ ਸਾਡੇ ਕੋਲੇ ਕੀ ਆ, ਕਿਲੋਗ੍ਰਾਮ ਹੋਏਗਾ, SI ਸਿਸਟਮ ਦੇ ਵਿੱਚ ਕਿਲੋਗ੍ਰਾਮ। L1 ਕੀ ਹੋਏਗਾ, 1 ਮੀਟਰ। T1 ਕੀ ਹੋਏਗਾ, ਸੈਕਿੰਡ, 1 ਸੈਕਿੰਡ। ਤੇ ਜਿਹੜਾ ਦੂਸਰੇ ਵਾਲਾ ਸਿਸਟਮ ਆ, ਨਿਊ ਸਿਸਟਮ ਬੋਲ ਦਾਂਗੇ, ਇਨ ਨਿਊ ਸਿਸਟਮ ਉੱਥੇ ਸਾਡੇ ਕੋਲ ਕੀ ਹੋਏਗਾ, m2 ਦੀ ਵੈਲਿਊ ਕੀ ਹੋਏਗੀ, ਕਿਲੋਗ੍ਰਾਮ ਸੀ, CGS ਦੇ ਵਿੱਚ ਕੀ ਹੁੰਦਾ ਹੈ, ਗ੍ਰਾਮ, 1 ਗ੍ਰਾਮ। ਲੈਂਥ ਕੀ ਹੋਏਗੀ, 1 ਸੈਂਟੀਮੀਟਰ। टाइम सेम रहेगा T2, 1 सेकेंड, ठीक है। हुण साडे कोल एक चीज़ होर सी N1 ते N2। फर्स्ट सिस्टम दे लई असीं N1 नूं 1 मान लेना ते सैकेंड सिस्टम दे लई N2 असीं फाइंड आउट करनी है, ठीक है। तां हुण असीं इहनूं सॉल्व करदे हां, फॉर्मूला अप्लाई करदे हां। N2 इज इक्वल्स टू M1 ओवर M2 रेज़ टू पावर A, L1 over L2 raised to power B, T1 over T2 raised to power C into N1। ਹੁਣ ਅਸੀਂ ਸਾਰੀਆਂ डायमेंशनस पुट करांगे। M1 की है, 1 किलोग्राम, नीचे 1 ग्राम। तो साडे कोल A, B ते C इत्थे की होगा, A, B, C दियां वैल्यू साडे कोल यूनिट्स कादे है, जाउल एनर्जी दे। एनर्जी दा डायमेंशन फॉर्मूला की हुंदा, mL2 T -2। तो ये अकॉर्डिंगली m इहदी पावर A है ना, कंपैरिजन करांगे तो A दी वैल्यू की आ जाएगी 1, B दी वैल्यू 2 और C दी वैल्यू -2। तो असीं आ वैल्यूज नूं इत्थे सबस्टिट्यूट करांगे। 1 L की है साडे कोल, L1 मीटर ते L2 1 सेंटीमीटर, रेज टू पावर B यानी के 2, ठीक है। नेक्स्ट T1 1 सेकेंड, नीचे की है 1 सेकेंड, रेज टू पावर -2। एंड 1 दी वैल्यू की है 1, ठीक है। हुण असी की करना है, SI सिस्टम नूं CGS विच चेंज करना, मतलब किलोग्राम नूं ग्राम दे विच। 1 किलोग्राम दे विच किन्ने ग्राम हुंदे आ, 1000 ग्राम्स डिवाइड बाय ग्राम, रेज टू पावर 1। 1 मीटर दे विच किन्ने सेंटीमीटर हुंदे आ, 100 सेंटीमीटर डिवाइड बाय 1 सेंटीमीटर, रेज टू पावर 2। आ 1 सेकेंड नाल सेकेंड कट हो गया, आ 1 एज इट इज रह गया, ठीक है। एक ही बन गया, ग्राम नाल ग्राम कट, सेंटीमीटर नाल सेंटीमीटर कट। की रह गया साडे कोल, 1000 इंटू 100 दा स्क्वेयर, 1000 इंटू 100 दा स्क्वेयर की होएगा, 100 इंटू 100। सॉल्व किया क्या गया, 3 zeros आ वाले, 2 आ वाले, नेक्स्ट 2 आ वाले, मीन्स की बन गया 10 रेज टू पावर 7, ठीक है। N2 दी वैल्यू साडी आ गई 10 रेज टू पावर 7। तो असी बोल सकते हैं 1 जाउल किदे बराबर है, 10 रेज टू पावर 7 अर्क। रिलेशन दे विच असी देखिया सी ना, N1 U1 इज इक्वल्स टू N2 U2। N1 की है साडे कोल 1, फर्स्ट सिस्टम की सी जाउल यूनिट। सैकेंड दे विच असी N2 फाइंड आउट कीती, कितनी आई 10 रेज टू पावर 7। U2 की है साडी अर्क, 1 जाउल इज इक्वल्स टू 10 रेज टू पावर 7 अर्क। ਜਦੋਂ ਵੀ ਅਸੀਂ ਕਨਵਰਟ ਕਰਨਾ ਇੱਕ ਸਿਸਟਮ ਨੂੰ ਦੂਸਰੇ ਵਿੱਚ, ਜੋ ਸਾਨੂੰ ਗਿਵਨ ਸਿਸਟਮ ਹੈ ਉਹਨੂੰ ਅਸੀਂ ਫਰਸਟ ਸਿਸਟਮ ਮੰਨ ਲੈਣਾ, ਠੀਕ ਹੈ। ਜੋ ਸੈਕਿੰਡ ਨਿਊ ਸਿਸਟਮ ਜਿਹਦੇ ਵਿੱਚ ਅਸੀਂ ਡਰਾਈਵ ਕਰਨਾ ਉਹਨੂੰ ਅਸੀਂ ਨਿਊ ਸਿਸਟਮ ਮੰਨ ਲੈਣਾ। ਉਹਦੇ ਲਈ ਅਸੀਂ N2 ਦੀ ਵੈਲਿਊ ਫਾਈਂਡ ਆਊਟ ਕਰਾਂਗੇ, N1 ਦੀ ਵੈਲਿਊ ਅਸੀਂ 1 ਲੈ ਲੈਣੀ ਆ। ਫਿਰ ਅਸੀਂ ਫਾਰਮੂਲਾ ਅਪਲਾਈ ਕਰ ਦੇਣਾ, ਠੀਕ ਹੈ। ਫਾਰਮੂਲਾ ਅਪਲਾਈ ਕਰਨ ਤੋਂ ਬਾਅਦ ਸਾਰਿਆਂ ਦੀਆਂ ਡਾਇਮੈਂਸ਼ਨਸ ਪੁੱਟ ਕਰ ਦੇਣੀਆਂ। ਫਾਰਮੂਲੇ ਵਿੱਚ ਜੋ A, B ਜਾਂ C ਦੀ ਵੈਲਿਊ ਹੋਏਗੀ ਉਹਦੇ ਡਾਇਮੈਂਸ਼ਨ ਫਾਰਮੂਲੇ ਤੋਂ ਆਏਗੀ ਕਿ ਕਿਸ ਚੀਜ਼ ਦਾ ਯੂਨਿਟ ਹੈ ਉਹ, ਠੀਕ ਹੈ। ਫਿਰ ਉਹਨੂੰ ਕਨਵਰਟ ਕਰ ਦੇਣਾ, ਸਿੰਪਲੀ ਸੋਲਵ ਕਰ ਲੈਣਾ। ਜੇਕਰ ਪੂਰੇ ਦਾ ਪੂਰੇ ਸਿਸਟਮ ਨੂੰ ਚੇਂਜ ਕਰਨਾ ਹੋਵੇ, ਪੂਰੀ એનર્ਜੀ ਦੀਆਂ ਯੂਨਿਟਸ ਨੂੰ ਦੂਸਰੀ ਯੂਨਿਟ ਵਿੱਚ ਕਨਵਰਟ ਕਰਨਾ, ਤਾਂ ਮੈਥਡ ਯੂਜ਼ ਕਰ ਲੈਣਾ। ਇੱਕ ਹੋਰ ਮੈਥਡ ਹੈ, ਕਨਵਰਟ ਦ ਵੈਲੋਸਿਟੀ ਆਫ 36 ਕਿਲੋਮੀਟਰਸ ਪਰ ਆਰ ਇਨਟੂ ਮੀਟਰ ਪਰ ਸੈਕਿੰਡ। 36 ਕਿਲੋਮੀਟਰ ਪਰ ਆਰ ਦੇ ਵਿੱਚ ਹੈਗੀ ਹੈ ਵੈਲੋਸਿਟੀ, ਉਹਨੂੰ ਮੀਟਰ ਪਰ ਸੈਕਿੰਡ ਦੇ ਵਿੱਚ ਚੇਂਜ ਕਰਨਾ। ਐਵੇਂ ਦੇ ਕੁਐਸਚਨਸ ਨੂੰ ਸੋਲਵ ਕਿੱਦਾਂ ਕਰਨਾ, ਸਾਨੂੰ ਇਹ ਪਤਾ ਹੈ ਕਿ 1 ਕਿਲੋਮੀਟਰ ਦੇ ਵਿੱਚ ਕਿੰਨੇ ਮੀਟਰਸ ਹੁੰਦੇ ਆ, 1000 ਮੀਟਰਸ, ਠੀਕ ਹੈ।
ਇੱਕ ਆਰ ਦੇ ਵਿੱਚ ਕਿੰਨੇ ਸੈਕਿੰਡਸ ਹੁੰਦੇ ਆ, ਇੱਕ ਆਰ ਦੇ ਵਿੱਚ ਕਿੰਨੇ ਮਿੰਟ ਹੁੰਦੇ ਆ 60 ਮਿੰਟਸ, ਇੱਕ ਮਿੰਟ ਵਿੱਚ ਕਿੰਨੇ ਸੈਕਿੰਡ ਹੁੰਦੇ ਆ 60 ਸੈਕਿੰਡਸ, ਮੀਨਸ 3600 ਸੈਕਿੰਡਸ ਆ ਗਏ ਸਾਡੇ ਕੋਲ ਇੱਕ ਆਰ ਦੇ ਵਿੱਚ। ਹੁਣ ਸਾਡੇ ਕੋਲ ਰਿਲੇਸ਼ਨ ਦੇ ਵਿੱਚ ਕੀ ਦਿੱਤਾ ਸੀ 36 ਕਿਲੋਮੀਟਰ ਪਰ ਆਰ, ਇਹਨੂੰ ਅਸੀਂ ਚੇਂਜ ਕਰਨਾ ਹੈ ਮੀਟਰ ਪਰ ਸੈਕਿੰਡ ਦੇ ਵਿੱਚ। 36 ਐਜ਼ ਇਟ ਇਜ਼, ਇਹਨੂੰ ਅਸੀਂ ਇਦਾਂ ਵੀ ਰੀਰਾਈਟ ਕਰ ਸਕਦੇ ਹਾਂ 36 ਕਿਲੋਮੀਟਰ ਆਰ ਅਸੀਂ ਨੀਚੇ ਲਿਖ ਲਈਏ, ਠੀਕ ਹੈ। ਹੁਣ ਕਿਲੋਮੀਟਰ ਦੇ ਵਿੱਚ ਕਿੰਨੇ ਮੀਟਰ ਹੁੰਦੇ ਆ 1000 into 1000 डिवाइड आर दे 600, एक ही आ गया मीटर, नीचे की आ गए साढ़े कोल सेकंड, दो जीरोज नाल जीरोज कट हो गया, 36 नाल 36 की आ गया 10 मीटर पर सेकंड। जो अज आप टाइप्स ਨੂੰ डिस्कस किया, इन्हां नाल रिलेटेड बहुत सारे क्वेश्चंस तुहाडी बुक विच है, उन्हां नूं ट्राई कर लेना।